ਮੈਨੂੰ ਕਹਿੰਦਾ ਰਿਹਾ ਮੈਂ ਹਾਰਟ ਦਾ ਮਰੀਜ਼ ਆ, ਸ਼ੂਗਰ ਦਾ ਮਰੀਜ਼ ਆ, ਮਸਾਲੇ ਦਾ ਮਸਲਾ ਮੈਨੂੰ, ਸ਼ੂਗਰ ਦਾ ਮਸਲਾ ਮੈਨੂੰ, ਇਹ ਸਮਾਂ ਮੈਨੂੰ ਮਾਰਦਾ ਸੀ। ਮੈਂ ਨਾਂ ਕੀ ਹੈ ਸਰਾਰ ਇਹ ਐਸਾ ਹੀ ਹੈ। ਆਹੋ ਕਿੱਥੋਂ ਗਿਰੇਬਾਨ ਉਹਨਾਂ ਨੇ ਫੜਿਆ, ਇੱਥੇ ਡਾਲਾ ਖੜਾ ਹੋਇਆ ਸੀ, ਉਹਨੂੰ ਇਸ ਤਰ੍ਹਾਂ ਨੇ ਲੱਤ ਮਾਰੀ ਹੈ, ਲੱਤ ਮਾਰ ਕੇ ਤੇ ਯਾਨੀ ਕਿ ਇਹਨੇ ਉਹਦੇ ਅੰਦਰ ਸੁੱਟਿਆ ਹੈ। ਸਾਡੀਆਂ ਉੱਥੇ ਚੀਕਾਂ ਨਿਕਲ ਗਈਆਂ ਨੇ, ਉਦੋਂ ਹੀ ਉਹਦਾ ਯਾਨੀ ਕਿ ਸਾਹ ਖਰਾਬ ਹੋ ਗਿਆ ਸੀ। ਉਲਟਾ ਲਟਕਾਇਆ ਹੈ ਉਹਨੂੰ, ਇਸ ਕੰਡੀਸ਼ਨ 'ਚ ਹੈਗਾ ਸੀ ਕਿ ਉਹਨੂੰ ਉਲਟਾ ਲਟਕਾ ਕੇ ਤੇ ਇਹਨਾਂ ਨੇ ਯਾਨੀ ਕਿ ਉਹਨੂੰ ਇੰਨਾ ਤਸ਼ੱਦਦ ਉਹਦੇ ਤੇ ਕੀਤਾ ਹੈਗਾ। ਜਿਹੜੀਆਂ ਗੰਦੀਆਂ ਜ਼ਾਤ ਦੀਆਂ ਗਾਲਾਂ ਕੱਢੀਆਂ ਨੇ ਨਾ, ਸਾਡੀਆਂ ਬੱਚੀਆਂ ਲੇਟੀਆਂ ਇਸ ਉਹਨਾਂ ਦੇ ਉੱਤੋਂ ਇਹਨਾਂ ਨੇ ਚਾਦਰਾਂ ਇਸ ਤਰ੍ਹਾਂ ਖਿੱਚੀਆਂ ਆਈਆਂ ਨੇ, ਯਾਨੀ ਪੁਲਿਸ ਵਾਲਿਆਂ ਨੇ ਖਿੱਚੀਆਂ ਨੇ। नाज़रीन, शेराकोट के इलाके में मौजूद हूँ। यहाँ पे एक बुज़ुर्ग इंसान को घर से उठाया जाता है, उसके भतीजे का कह के कि भाई तुम्हारा भतीजा क्रिमिनल है, लेकिन उस बुज़ुर्ग इंसान जो कि उस भतीजे का ताया था, ठीक है, वो उसका भतीजा था, उसको घर से जो है वो मार मार के तशद्दुद करके शेराकोट पुलिस लेके जाती है। 3 से 4 दफ़ा उसको उठाया जाता है, उस पर इतना तशद्दुद किया जाता है कि वो इंसान आखिर अपनी जान की बाजी हार जाता है। ये फुटेज देखिए कि ये मरने वाला वो इंसान है जो कह रहा है कि मुझे पुलिस वालों ने जानवरों की तरह मारा है, लगता था किसी जानवर को मार रहे हैं और मेरा इंसाफ आपने लेना है क्योंकि मैं बचूंगा नहीं। ये जो मरने वाला है ये उसके अपने बयान है, ये फुटेज आप देख सकते हैं कि वो कैसे तड़प तड़प के कह रहा है कि मुझे इस बंदे ने ऐसे ऐसे मारा है। उस इंसान की बहनें मेरे साथ मौजूद हैं, इनसे जानेंगे कि आखिर वो इतना बड़ा दहशतगर्द था कि उसको उठा के लेके गए, इतना मारा कि बेचारे को वो ज़ख्मों को बर्दाश्त ही नहीं कर सका और जान की बाजी हार गया। अस्सलाम वालेकुम ਬਾਜੀ, ਤੁਸੀਂ ਉਹਦੇ ਭੈਣ ਹੈਗੇ ਹੋ? ਹਾਂਜੀ ਭਾਈ, ਮੈਂ ਨਹੀਂ ਕੀ ਮਾਮਲਾ ਸੀ? ਪੁਲਿਸ ਵਾਲੇ ਆ ਕੇ ਜੋ ਚੁੱਕ ਕੇ ਲੈ ਗਏ ਨੇ, ਕੋਈ ਤੇ ਮਾਮਲਾ ਹੋਏਗਾ ਨਾ, ਕੋਈ ਮੁਜਰਮ ਹੁੰਦਾ ਤਾਂ ਉਹਨੂੰ ਚੁੱਕਿਆ ਜਾਂਦਾ, ਇਸ ਤਰ੍ਹਾਂ ਹੀ ਬਸ ਚੁੱਕ ਕੇ ਲੈ ਗਏ ਨੇ। ਭਾਈ ਮੁਜਰਮ ਮੌਤ ਨਹੀਂ ਸੀ ਹੈਗਾ, ਤੁਹਾਨੂੰ ਦੱਸਿਆ ਕਿ ਉਹ ਭਤੀਜਾ ਮੁਜਰਮ ਹੈਗਾ ਸੀ, ਬਸ ਉਹਦੀ ਬਿਨਾਂ ਤੇ ਇਹਨੂੰ ਚੁੱਕ ਕੇ ਲੈ ਗਏ ਨੇ। ਔਰ ਉਹਦਾ ਨਾ ਕੋਈ ਕਸੂਰ ਸੀ, ਨਾ ਉਹ ਮੁਜਰਮ ਸੀ, ਨਾ ਉਹ ਕਿਸੇ ਅਮਲ ਦਖਲ 'ਚ ਹੈਗਾ ਸੀ। ਇਹਨਾਂ ਨੇ ਇਹ ਕਿਹਾ ਕਿ ਤੂੰ ਉਹਦਾ ਤਾਊ ਹੈਗਾ ਤੇ ਫਿਰ ਉਹ ਨਹੀਂ ਹੈਗਾ ਤੇ ਫਿਰ ਤੂੰ ਅੱਗੇ ਲਾ ਕੇ ਚੱਲ। ਮਤਲਬ ਇਹੀ ਉਹਦਾ ਕਸੂਰ ਸੀ ਕਿ ਉਹ ਉਹਦਾ ਤਾਊ ਹੈ। ਉਹਦਾ ਤਾਊ ਹੈਗਾ ਸੀ, ਹੋਰ ਉਹਦਾ ਕੋਈ ਕਸੂਰ ਨਹੀਂ ਹੈਗਾ ਸੀ। ਹੋਰ ਤਲਕਾ ਜਿਹੜਾ ਬੰਦਾ ਉਹ ਤੇ ਅੱਜ ਵੀ ਜ਼ਿੰਦਾ ਹੈਗਾ, ਉਹ ਤਾਂ ਠੀਕ ਹੈ ਤੇ ਉਹ ਤਾਊ ਨੂੰ ਮਾਰਤਾ। ਹਾਂ, ਉਹਨੂੰ ਮਾਰ ਦਿੱਤਾ ਹੈ, ਉਹਨੂੰ ਕੁਝ ਕਰਦੇ ਨਹੀਂ ਪਏ ਹੈਗੇ। ਪੁਲਿਸ ਨੇ ਕਿਸ ਤਰ੍ਹਾਂ ਤੁਹਾਡੇ ਘਰ ਆਏ, ਕਿਸ ਤਰ੍ਹਾਂ ਉਹਨੇ ਰੇਡ ਕੀਤੀ? ਯਾਨੀ ਕਿ ਤਕਰੀਬਨ ਕੋਈ 11-12 ਦਾ ਟਾਈਮ ਹੈਗਾ ਸੀ, ਉਸ ਟਾਈਮ ਉਹ ਆਏ ਨੇ। ਆ ਕੇ ਤੇ ਉਹਨਾਂ ਨੇ ਇਹ ਅੰਦਰ ਹੀ ਬੈਠਾ ਸੀ ਇਹ ਵਾਲੇ ਕਮਰੇ ਦੇ ਵਿੱਚ, ਤੇ ਇਹਨੂੰ ਉਹਨਾਂ ਨੇ ਫੜ ਲਿਆ, ਫੜ ਕੇ ਬਾਹਰ ਲੈ ਕੇ ਗਏ ਨੇ। ਤੇ ਉਹਨੂੰ ਕਹਿੰਦੇ ਪਏ ਨੇ ਕਿ ਯਾਨੀ ਕਿ ਇਹ ਮਸਲਾ ਉਹਨੂੰ ਪਤਾ ਹੋਣਾ, ਮੈਨੂੰ ਨਹੀਂ ਪਤਾ ਕੀ ਮਸਲਾ ਹੈਗਾ ਸੀ ਕੀ ਨਹੀਂ। ਤੇ ਉਹਨੂੰ ਲੈ ਗਏ ਨੇ ਫੜ ਕੇ। ਉਸ ਤੋਂ ਬਾਅਦ ਯਾਨੀ ਕਿ ਕੋਈ ਫੇਰ ਦੁਬਾਰਾ ਆਏ ਨੇ ਤੇ ਉਹਨੂੰ ਫੇਰ ਲੈ ਕੇ ਘਰ ਆ ਗਏ ਨੇ। ਤੇ ਉਹ ਘਰ ਆਏ ਨੇ ਤੇ ਉਹ ਕਹਿੰਦੇ ਨੇ ਕਿ ਅਸੀਂ ਇਹਨੂੰ ਕਿਹਾ ਪਿਸ਼ਾਬ ਕਰਕੇ ਆ, ਤੇ ਪਿਸ਼ਾਬ ਕਰਨ ਗਿਆ ਤੇ ਉੱਥੋਂ ਨੱਸ ਗਿਆ ਵੇ, ਠੀਕ ਹੈ ਨਾ। ਉਸ ਤੋਂ ਬਾਅਦ ਘੰਟਾ ਉਹਨਾਂ ਦੀ ਮਾਵਾਂ ਭੈਣਾਂ ਨਾਲ ਜਿਰਿਆ ਕਰਦੇ ਰਹੇ ਨੇ, ਉਹਨਾਂ ਨਾਲ ਗੱਲਾਂ ਕਰਦੇ ਨੇ, ਗਾਲੀ ਗਲੋਚ ਕਰਦੇ ਰਹੇ ਨੇ, ਲੇਕਿਨ ਉਹ ਮੁੰਡਾ ਜਿਹੜਾ ਨਾ ਉਹ ਨਹੀਂ ਲੱਭਾ ਹੈਗਾ। ਇਹ ਮੇਰਾ ਭਾਈ ਇੱਥੇ ਹੀ ਬੈਠਾ ਸੀ, ਇੱਥੋਂ ਹੀ ਉੱਠ ਕੇ ਤੇ ਉੱਥੇ ਗਿਆ। ਉਹਨੇ ਕਿਹਾ ਯਾਰ ਕੀ ਮਸਲਾ, ਯਾਨੀ ਕਿ ਤੁਸੀਂ ਕੀ ਹੈ? ਉਹਨੇ ਕਿਹਾ ਜੀ ਉਹ ਮੁੰਡਾ ਭੱਜ ਗਿਆ ਹੀ। ਉਹਨੇ ਕਿਹਾ ਹੁਣ ਤੇ ਤੂੰ ਸਾਡੇ ਸਾਹਮਣੇ ਫੜ ਕੇ ਲੈ ਕੇ ਗਿਆ ਤੇ ਏਡੀ ਛੇਤੀ ਉਹ ਮੁੰਡਾ ਭੱਜ ਵੀ ਗਿਆ, ਤੁਸੀਂ ਆਪ ਹੀ ਉਹਨੂੰ ਛੱਡਿਆ ਤੇ ਆਪ ਹੀ ਭਜਾ ਦਿੱਤਾ। ਇੰਨੀ ਗੱਲ ਉਹਨੇ ਵਿਚਾਰੇ ਨੇ ਜ਼ਰੂਰ ਕਹੀ ਹੈ, ਲੇਕਿਨ ਇਹ ਉਹਨਾਂ ਨਾਲ ਬਦਤਮੀਜ਼ੀ ਕਰਨ ਲੱਗ ਪਏ ਨੇ। ਉਹਨੂੰ ਕਹਿੰਦੇ ਫਿਰ ਤੂੰ ਅੱਗੇ ਲੱਗ, ਤੇ ਯਾਨੀ ਕਿ ਤੂੰ ਉਹਦਾ ਤਾਇਆ ਹੈ ਨਾ, ਤੇ ਤੂੰ ਚੱਲ ਫਿਰ ਅੱਗੇ, ਤੇ ਜਦੋਂ ਤੈਨੂੰ ਅਸੀਂ ਫੜ ਲਾਂਗੇ ਤੇਰੇ ਪਿੱਛੇ ਉਹ ਵੀ ਆਈਏਗਾ। ਲੇਕਿਨ ਉਹ ਮੁਜਰਮ ਹੈਗਾ ਸੀ, ਉਹ ਅੱਗੇ ਵੀ ਨੱਸਦਾ ਭੱਜਦਾ ਸੀ, ਉਹਨੇ ਅੱਗੇ ਵੀ ਕੀਤੇ। ਉਹ ਆਂਦਾ ਪਿਆ ਸੀ ਇਹਦੇ ਪਿੱਛੇ, ਪਹਿਲੇ ਮੈਨੂੰ ਇਹ ਦੱਸੋ ਜ਼ਰਾ। ਕਦੀ ਵੀ ਨਹੀਂ ਉਹਨੇ ਆਣਾ ਸੀ। ਇਹਨੂੰ ਲੈ ਕੇ ਗਏ ਨੇ, ਤੁਹਾਨੂੰ ਅੱਗੇ ਵੀ ਦੱਸਿਆ ਕਿ ਇਹ ਲੈ ਕੇ ਆਏ ਨੇ ਗਲੀ ਮਹੱਲੇ ਵਾਲੇ। ਮੇਰਾ ਭਾਈ ਗਿਆ ਵੇ ਉੱਥੇ, ਉਹਨਾਂ ਦੀ ਯਾਨੀ ਕਿ ਮਿੰਨਤ ਤਰਲਾ ਕੀਤਾ ਹੈ ਕਿ ਯਾਰ ਇਹ ਤੇ ਬਿਮਾਰ ਹੈਗਾ, ਇਹਨੂੰ ਛੱਡ ਦੇਵੋ ਤੁਸੀਂ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ 50,000 ਰੁਪਇਆ ਦਿਓ, ਅਸੀਂ ਫੇਰ ਇਹਨੂੰ ਛੱਡਾਂਗੇ। ਅਸੀਂ ਕਿਹਾ ਅਸੀਂ ਗਰੀਬ ਬੰਦੇ ਹਾਂ, ਅਸੀਂ ਤੁਹਾਨੂੰ ਕਿੱਥੋਂ ਪੈਸੇ ਦੇਈਏ, ਲੇਕਿਨ ਇਹ ਨਹੀਂ ਮੰਨੇ ਹੈਗੇ। ਇਹਨਾਂ ਨੇ ਜੋ ਵੀ ਕੀਤਾ। ਉਸ ਤੋਂ ਬਾਅਦ ਯਾਨੀ ਕਿ ਸਾਹਮਣੀ ਦੁਕਾਨ ਲਾਓ, ਮੇਰਾ ਭਾਈ ਗਿਆ ਹੈ ਤੇ ਉਹਨੂੰ ਲੈ ਕੇ ਇਹਨਾਂ ਦੇ ਘਰ ਆ ਗਏ ਨੇ। ਫਿਰ ਇਹ ਦੂਸਰੇ ਦਿਨ ਬਾਅਦ ਫਿਰ ਇਹਨਾਂ ਨੇ ਰਾਤ ਦੇ 3 ਵਜੇ ਰੇਟ ਯਾਨੀ ਕਿ ਪਾਈ ਹੈ। ਅੱਛਾ ਬਾਜੀ, ਤੁਹਾਨੂੰ ਗਾਲਾਂ ਵਗੈਰਾ ਵੀ ਕੱਢੀਆਂ? ਹਾਂਜੀ ਭਾਈ, ਬਹੁਤ ਜ਼ਿਆਦਾ ਗਾਲਾਂ ਕੱਢੀਆਂ, ਜਿਹੜੀਆਂ ਗੰਦੀਆਂ ਜ਼ਾਤ ਦੀਆਂ ਗਾਲਾਂ ਕੱਢੀਆਂ ਨੇ ਨਾ। ਸਾਡੀਆਂ ਬੱਚੀਆਂ ਲੇਟੀਆਂ ਇਸ ਉਹਨਾਂ ਦੇ ਉੱਤੋਂ ਇਹਨਾਂ ਨੇ ਚਾਦਰਾਂ ਇਸ ਤਰ੍ਹਾਂ ਖਿੱਚੀਆਂ ਆਈਆਂ ਨੇ, ਯਾਨੀ ਪੁਲਿਸ ਵਾਲਿਆਂ ਨੇ ਖਿੱਚੀਆਂ ਨੇ। ਤੇ ਫੁੱਲ ਇਹਨਾਂ ਨੇ ਸ਼ਰਾਬ ਪੀਤੀ ਸੀ, ਯਾਨੀ ਕਿ ਤਮੀਜ਼ ਨਾਲ ਕਿਸੇ ਨੇ ਗੱਲ ਨਹੀਂ ਕੀਤੀ। ਮੈਂ ਸਗੋਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਇਹ ਕੌਮ ਦੇ ਮੁਹਾਫਿਜ਼ ਹੈਗੇ ਜੇ ਤੁਸੀਂ, ਤੇ ਮੈਂ ਕਿਹਾ ਐਡੇ ਬਦਤਮੀਜ਼ ਜੇ। ਮੈਂ ਕਿਹਾ ਤੁਹਾਡੇ ਕੋਲ ਅਰੈਸਟ ਵਾਰੰਟ ਹੈ, ਯਾਨੀ ਕੋ ਅੰਦਰ ਆਉਣ ਦੇ ਹੈ ਨੇ ਕਾਗਜ਼, ਦਿਖਾਓ। ਮੈਂ ਕਿਹਾ ਕਿੱਥੇ ਹੈਗੇ ਜੇ? ਨਹੀਂ ਬੀਬੀ ਤੂੰ ਆਰਾਮ ਨਾਲ ਬਹਿ, ਸਾਡਾ ਕੰਮ ਹੈਗਾ ਸਾਨੂੰ ਕਰਨ ਦੇ। ਮੈਂ ਕਿਹਾ ਤੁਹਾਡਾ ਕੰਮ ਜਿੱਥੇ ਜਾਣਾ ਜੇ ਉੱਥੇ ਆ, ਤੁਸੀਂ ਸਾਡੇ ਉੱਤੇ ਕੀ ਲੈਣ ਆਏ ਜੇ? ਮੈਂ ਕਿਹਾ ਤੁਹਾਡਾ ਕੀ ਮਕਸਦ ਬਣਦਾ? ਮੈਂ ਕਿਹਾ ਤੁਸੀਂ ਇੱਕ ਨੂੰ ਫੜੋ, ਤੁਸੀਂ ਤੇ ਸਾਰਿਆਂ ਨੂੰ ਮੈਂ ਕਿਹਾ ਇਸ ਤਰ੍ਹਾਂ ਕਰਨ। ਲੇਕਿਨ ਉਹਨਾਂ ਨੇ ਨਾ ਬਾਜ਼ ਨਹੀਂ ਆਏ, ਉਹਨਾਂ ਨੇ ਯਾਨੀ ਕਿ ਬੜੀ ਬਦਤਮੀਜ਼ੀ ਕੀਤੀ, ਬਹੁਤ ਜ਼ਿਆਦਾ ਬਦਤਮੀਜ਼ੀ ਕੀਤੀ। ਯਾਨੀ ਕਿ ਮੈਂ ਨਾ ਅੱਗੇ ਰੋਈ ਵੀ ਹਾਂ, ਯਾਨੀ ਕਿ ਮੇਰੇ ਭਾਈ ਨੂੰ ਨਾ ਲੈ ਕੇ ਜਾਉਂ ਦਾ ਕੀ ਕਸੂਰ ਹੈ? ਵਿਚਾਰਾ ਗਰੀਬ ਇੱਥੇ ਪਿਆ ਹੁੰਦਾ, ਤੁਹਾਨੂੰ ਉਹਨੇ ਕੁਝ ਕਿਹਾ ਵੇ? ਸਿਰਫ ਉਹਨੇ ਇੰਨਾ ਗਰੀਬ ਨੇ ਕਹਿ ਦਿੱਤਾ ਕਿ ਮੈਂ ਉਹਦਾ ਤਾਊ ਹੈਗਾ ਵਾਂ, ਤੇ ਇਸ ਬਿਨਾਂ ਤੇ ਤੁਸੀਂ ਫੜ ਕੇ ਤੇ ਉਹਨੂੰ ਲੈ ਕੇ ਜਾ ਰਹੇ ਹੋ। ਲੇਕਿਨ ਉਹ ਵਿਚਾਰੇ ਨੂੰ ਯਾਨੀ ਕਿ ਇੱਥੋਂ ਗਿਰੇਬਾਨ ਉਹਨਾਂ ਨੇ ਫੜਿਆ, ਇੱਥੇ ਡਾਲਾ ਖੜਾ ਹੋਇਆ ਸੀ, ਉਹਨੂੰ ਇਸ ਤਰ੍ਹਾਂ ਨੇ ਲੱਤ ਮਾਰੀ ਹੈ, ਲੱਤ ਮਾਰ ਕੇ ਤੇ ਯਾਨੀ ਕਿ ਇਹਨੇ ਉਹਦੇ ਅੰਦਰ ਸੁੱਟਿਆ ਹੈ। ਸਾਡੀਆਂ ਉੱਥੇ ਚੀਕਾਂ ਨਿਕਲ ਗਈਆਂ ਨੇ, ਉਦੋਂ ਹੀ ਉਹਦਾ ਯਾਨੀ ਕਿ ਸਾਹ ਖਰਾਬ ਹੋ ਗਿਆ ਸੀ। ਐਡੇ ਨੇ ਇਹਨਾਂ ਨੂੰ ਤਮੀਜ਼ ਬਿਮਾਰ ਹੈਗੇ ਸਨ। ਤੇ ਪਹਿਲੇ ਤੁਹਾਨੂੰ ਭਾਈ ਦਾ ਅਸੀਂ ਝੂਠ ਨਹੀਂ ਬੋਲਾਂਗੇ, ਯਾਨੀ ਕਿ ਤੁਹਾਨੂੰ ਦੱਸਿਆ ਨਾ ਹਾਰਟ ਦਾ ਮਸਲਾ ਉਹਨਾਂ ਸੀ, ਸਟੱਡ ਉਹਨੂੰ ਪਏ ਹੋਏ ਸੀ,
ਦਮੇ ਦਾ ਮਰੀਜ਼ ਸੀ, ਸ਼ੂਗਰ ਦਾ ਮਰੀਜ਼ ਸੀ, ਫਿਰ ਉਹਦਾ ਮਸਾਨਾ ਵੀ ਨਹੀਂ ਸੀ ਕੰਮ ਕਰਦਾ। ਉਹਨੇ ਵੀ ਤੁਹਾਨੂੰ ਉਹ ਵੀਡੀਓ ਵੇਖ ਲਓ, ਉਹਨੇ ਸਾਰੀਆਂ ਆਪਣੀਆਂ ਬਿਮਾਰੀਆਂ ਉਹਨੂੰ ਦੱਸੀਆਂ ਨੇ, ਲੇਕਿਨ ਇਸ ਬਿਨਾਂ ਤੇ ਉਹਨੇ ਇੱਕ ਗੱਲ ਨਹੀਂ ਸੁਣੀ ਹੈਗੀ। ਲਿਜਾ ਕੇ ਤੇ ਉਹਨੂੰ ਮਾਰ ਕੇ ਤੇ ਉਹਦਾ ਬੁਰਾ ਹਾਲ, ਯਾਨੀ ਕਿ ਉਲਟਾ ਲਟਕਾਇਆ ਹੈ ਉਹਨੂੰ। ਇਸ ਕੰਡੀਸ਼ਨ 'ਚ ਹੈਗਾ ਸੀ ਕਿ ਉਹਨੂੰ ਉਲਟਾ ਲਟਕਾ ਕੇ ਤੇ ਇਹਨਾਂ ਨੇ ਯਾਨੀ ਕਿ ਉਹਨੂੰ ਇੰਨਾ ਤਸ਼ੱਦਦ ਉਹਦੇ ਤੇ ਕੀਤਾ ਹੈਗਾ। ਉਸ ਤੋਂ ਬਾਅਦ ਉਹਨਾਂ ਕੋਲ ਬੋਲਿਆ ਵੀ ਨਹੀਂ ਜਾ ਰਿਹਾ ਸੀ, ਉਹਨਾਂ ਦੀ ਜ਼ੁਬਾਨ ਵੀ ਲੜਖੜਾ ਰਹੀ ਸੀ, ਲੇਕਿਨ ਤੋਬਾ ਉਹ ਕਰਦੇ ਰਹੇ। ਯਾਨੀ ਕਿ ਮੇਰੇ ਛੋਟੇ ਭਾਈ ਨੂੰ ਉਹਨੇ ਕਿਹਾ ਇਹਨਾਂ ਨੇ ਮੇਰੇ ਨਾਲ ਬਹੁਤ ਜ਼ਿਆਦਤੀ ਕੀਤੀ ਹੈ ਕਾਸ਼ਫ, ਤੂੰ ਯਾਨੀ ਕਿ ਇਹ ਕਾਫਰ ਕਰਦਾਰ ਤੱਕ ਇਹਨਾਂ ਨੂੰ ਪਹੁੰਚਾਉਣਾ ਹੈ, ਤੂੰ ਮੇਰਾ ਯਾਨੀ ਕਿ ਕਰਨਾ ਹੈ ਕੁਛ ਨਾ ਕੁਛ। ਤੇ ਉਹ ਬਥੇਰਾ ਵਿਚਾਰਾ ਨੱਸਦਾ ਭੱਜਦਾ ਪਿਆ। ਅਸੀਂ ਤਾਂ ਇਹੀ ਕਵਾਂਗੇ ਕਿ ਸਾਡੀ ਆਹੀ ਅਪੀਲ ਹੈ, ਸਾਨੂੰ ਇਨਸਾਫ ਚਾਹੀਦਾ, ਕਿਉਂਕਿ ਮੇਰਾ ਭਾਈ ਬੇਕਸੂਰ ਸੀ, ਉਹਨੇ ਕੁਛ नहीं किया हैगा। करीम नवाज साहिबा, आपने इनको इंसाफ दिलवाना है, इनकी आवाज़ आप तक पहुंचाना मेरा काम था। कि सारा मामला होया, कदों लेके गए, क्यों लेके गए? बस यही भाई वो भतीजे की वजह से लेके गए हैं। भतीजे ने तो उसके खिलाफ कोई थे पर्चे वगैरह या रिकॉर्ड किया, तो उसकी बिना पर लेके गए हैं। रेट की है उन्होंने, घर आए, घर वालों से बदतमीज़ी की है, मेरी भाभीयों से बहनों से बदतमीज़ी की है। आए हैं और भाई इधर ही बैठे हुए थे, उन्होंने जाके यही कहा कि क्या मसला है। उन्होंने कहा ऐसे ऐसे अनीस को हम वो उसको जगह बोलते हैं सारे, तो हम उसको पकड़ने आए हैं। तो इन्होंने कहा कि वो तो इधर है ही नहीं, तो आप इसको क्यों लेने आए? नहीं, वो कहाँ, इधर ही है, उसने ये काम किया, हम उसको पकड़ने आए। उन्होंने कहा आप क्या लगते हो? उन्होंने कहा मैं इनका ताया हूँ। तो उन्होंने कहा कि चलो ठीक है, फिर ताए को लेके जाएंगे तो वो आ जाएगा। भतीजा खुद पीछे हाँ जी, भी आ जाएगा। पर ऐसा कुछ नहीं हुआ, लेके गए 2 दिन पहले। ऐसे ही उन्होंने डिमांड्स की हैं कि हमें इतने पैसे दो, हम इसको भेज देंगे। हमारे पास इतने, क्या कहते हैं, गरीब बंदे के पास इतने पैसे हों तो वो गए। मुझे एक बात बताइए, जब पुलिस वालों ने रात को रेड मारी थी, आप ऊपर चढ़ गए थे घर के? हाँ जी, घर के ऊपर डायरेक्टली अंदर चले गए हैं, नीचे ऊपर जाओ उधर जाओ। छानबीन बेचारी सो रही होती हैं, पता नहीं। सोई हुई थी, मेरी भतीजियाँ सोई हुई थी, उनके ऊपर से कपड़े उठा के देख रहे थे कि ये कहीं सोया तो नहीं है। यहाँ ऊपर जाओ, उधर कमरे में भाभियाँ पड़ी हुई। अगर उन्होंने कहा कि आप ऐसे नहीं अंदर आ सकते, आपको है इजाज़त कि आपको किसी ने ऑर्डर किया कि अंदर डायरेक्ट ही चले जाना, नहीं आप ऐसे नहीं अंदर आ सकते। उनसे बदतमीजी की है, उनको वो जुबान बोली। हमें तो बोलते हुए भी शर्म आती है कि जो औरतों को गालियां देते हैं शेराकोट पुलिस वाले। हाँ जी, शेराकोट पुलिस वालों ने वो जो जुल्फ़कार जांगली है ना, उसने गालियाँ दी हैं, उसने गालियाँ दी मेरी भाभीयों को, मेरी वो भतीजियाँ सारी इधर थी, उनको गालियाँ दी हैं। तो उन्होंने कहा कि आप गालियाँ क्यों निकाल रहे हो? उनको कहते तुम अपनी बकवास बंद करो, हमें बंदा दो। उन्होंने कहा जब वो इधर है ही नहीं, हम कैसे आपको दें? उनको कहना था कि बंदा तो ढूंढना आपका काम है ना, हमारा। हाँ जी, वही ना, हमने यही कहा कि आप ढूंढो उसे, घर वो आएगा, उसको नहीं पता कि घर में रेट होगी, मैं पकड़ा जाऊँ, उसने घर आना था। आपको कानून पता नहीं किसने सिखा दिया है कि ऐसे जाके अगले के घर में बेफजूल घुस जाना और जाके कार्रवाई शुरू करें। कार्रवाई ऐसे होती है? अगर आप मेरे भाई को लेके गए हो, तफ्तीश करने के लिए लेके गए हो, तो उससे तफ्तीश करो ना, उसको मारो तो ना। इतना मारा है कि उसको कब्र में पहुंचा दिया उन्होंने। कैसे मारा बाजी, क्या मारा उसको? उल्टा लटका के वो पाइप, किलो वाला पाइप, वो उसने खुद बताया है। उसने मुझे कहा आसिया, उसने मुझे उल्टा लटका के पाँव पे मेरे पाइप मारा है, पानी वाला पाइप, उसको कील लगे हुए थे। इतना मोटा बांस था जो उसने मेरी टांगों पे मारे हैं। मैंने उनकी बहुत मिन्नतें की हैं, मैंने उनकी बहुत तरले किए हैं कि मैं बीमार हूँ, मैं मरीज़ हूँ, मुझे ना मारो। शराब पी हुई थी इसरार ने, और उसने इतना मारा कि कहता कि मेरी उन्होंने एक नहीं सुनी, माँओं बहनों की गालियाँ तक उसने दी हैं। उसने ये भी बताया मेरे भाई ने कि उसने मुझे माँओं बहनों की गालियाँ दी हैं। तो मुझसे पूछते रहे, मैंने कहा मुझे जब पता ही नहीं है, आप आए हो तफ्तीश के लिए लेके आओ, आराम से पूछो, ये देखो उसकी उम्र देख लो, उसकी बीमारी देख लो। उसने कुछ भी नहीं देखा, उसने बहुत जुल्म किया और हमें इसका इंसाफ चाहिए। नाज़रीन, ये सारी सूरत हाल थी और इनकी आवाज़ पहुंचाना मेरा फ़र्ज़ था, क्योंकि अगर हमारे हाथ पे माइक है, हम भी डर के बैठ जाएंगे तो मेरे ख्याल से फिर तो जो ये बेचारे मजलूम थोड़ी सी उम्मीद लिए बैठे हैं कि ये मीडिया के थ्रू हमारी आवाज़ हुकाम बाला तक या ऐवानों तक पहुंचेगी, ये उम्मीद भी ख़त्म हो जाएगी। जैसे एक नाहक कत्ल किया गया, इसके ख़िलाफ़ मेरिट पे कार्रवाई होनी चाहिए और जो महकमाना कार्रवाई होती है वो होनी चाहिए। शेराकोट जो है वो पुलिस के ये मुलाज़मीन थे जो इनके साथ इस तरह इनके घर में घुसे, इनकी किस्तें भी ख़राब की, इनको गालियाँ भी दी। जो बेचारी बच्चियाँ सोई हुई थी उनके ऊपर से चादरें हटा के उनको देखते रहिए। कोई इंसानियत नहीं है। हम पाकिस्तान में रहते हैं, यहाँ पे शरीयत भी है, यहाँ पे कानून भी है, यहाँ पे हमारे हुकाम बाला भी बैठे हुए हैं, लेकिन अगर उनकी नाक के नीचे ये सब होगा और उनको पता नहीं होगा तो हम लाजमी ये चीज़ें दिखाएंगे। मेहरबानी फरमा के इस ख़ानदान को, इस फैमिली को इंसाफ दीजिएगा। अगर इस फैमिली से एक क्रिमिनल कोई पैदा हुआ है या वो क्राइम कर रहा है या वो गलत काम कर रहा है, इसमें इनका कसूर नहीं है।
इन्होंने ऑलरेडी लातल्लुकी का इजहार किया हुआ है। अब पुलिस का काम है कि उसको कैसे पकड़ती है। इन लोगों को परेशान करने से वो आपको बंदा नहीं मिलेगा, और आप उसको पकड़ भी चुके थे लेकिन आपने उसको छोड़ दिया। मेहरबानी फरमा के जो मामला है इनके साथ इंसाफ होना चाहिए, और उस मरहूम के लिए आप लाजमी दुआ कीजिएगा। अपने मेज़बान को दीजिए इजाज़त। अल्लाह निगहबान।